biggest South Asian media group, Y Media. वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਸਾਨੂੰ ਵਾਈ ਮੀਡੀਆ ਦੇ ਉੱਤੇ ਅਕਸਰ ਹੀ ਇਹ ਸਵਾਲ ਆ ਜਾਂਦਾ ਹੈ। ਵਾਈ ਮੀਡੀਆ ਤੇ ਜਦੋਂ ਵੀ ਅਸੀਂ ਚੈਨਲ ਦੇ ਉੱਤੇ ਇੱਥੇ ਬੈਠੇ ਹੁੰਦੇ ਹਾਂ, ਚੈਨਲ ਵਾਈ ਦੇ ਉੱਤੇ ਜਾਂ ਰੇਡੀਓ ਵਾਈ ਕਰ ਰਹੇ ਹੁੰਦੇ ਹਾਂ, ਤਾਂ ਮੈਨੂੰ ਰੇਡੀਓ ਵਾਈ ਦੇ ਉੱਤੇ ਵੀ ਔਰ ਇੱਥੇ ਟੀਵੀ ਚੈਨਲ ਵਾਈ ਦੇ ਉੱਤੇ ਵਾਈ ਮੀਡੀਆ ਤੇ ਅਕਸਰ ਇੱਕ ਬਹੁਤ ਇੰਪੋਰਟੈਂਟ ਸਵਾਲ ਆਉਂਦਾ। ਉਹ ਕਹਿੰਦੇ ਜੀ ਕਿ ਮੋਦੀ ਸਾਹਿਬ ਜਿਹੜੇ ਨੇ ਜੀ ਇਹਨਾਂ ਦੀ ਪਰਫਾਰਮੈਂਸ ਜ਼ਿਆਦਾ ਬੈਟਰ ਹੈਗੀ ਆ ਜਾਂ ਫਿਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਜ਼ਿਆਦਾ ਬੈਟਰ ਹੈ। ਔਰ ਕਈ ਵਾਰ ਕੰਪੈਰੀਜ਼ਨ ਹੁੰਦਾ ਹੈ ਕਿ ਜੀ ਨਹਿਰੂ ਸਾਹਿਬ ਨੇ ਕੁਛ ਨਹੀਂ ਕੀਤਾ ਜਾਂ ਗਾਂਧੀ ਜੀ ਨੇ ਕੁਛ ਨਹੀਂ ਕੀਤਾ। ਉਹਦੇ 'ਚ ਕਿਤੇ ਨਾ ਕਿਤੇ ਵਿਚਾਰ ਇਹ ਵੀ ਆ ਜਾਂਦੇ ਆ, ਕੁਛ ਲੋਕ ਇਹ ਵੀ ਡਿਸਕਸ਼ਨ ਕਰ ਦਿੰਦੇ ਆ ਵੀ ਜੋ ਕੁਛ ਇੰਡੀਆ 'ਚ ਤਰੱਕੀ ਹੋਈ ਹੈ ਉਹ ਸਾਰਾ ਕੁਛ 2014 ਤੋਂ ਬਾਅਦ 'ਚ ਹੀ ਹੋਇਆ, ਸਭ ਕੁਛ ਮੋਦੀ ਜੀ ਨੇ ਕੀਤਾ। ਕੁਛ ਲੋਕਾਂ ਦਾ ਇਹ ਵੀ ਵਿਊ ਪੁਆਇੰਟ ਹੁੰਦਾ ਹੈ ਕਿ ਜੀ ਜਦੋਂ ਤੋਂ ਮੋਦੀ ਸਾਹਿਬ ਆਏ ਨੇ, ਜਦੋਂ ਤੋਂ ਬੀਜੇਪੀ ਸਰਕਾਰ ਆਈ ਹੈ 2014 'ਚ, ਸਭ ਕੁਛ ਖਰਾਬ ਹੀ ਹੋਇਆ ਹੈਗਾ। ਹਰ ਇੱਕ ਦਾ ਆਪਣਾ ਆਪਣਾ ਵਿਊ ਪੁਆਇੰਟ ਹੈ ਔਰ ਸਾਨੂੰ ਵੀ ਉਹ ਚਾਹੁੰਦੇ ਨੇ ਕਿ ਅਸੀਂ ਵੀ ਆਪਣਾ ਵਿਊ ਪੁਆਇੰਟ ਜ਼ਰੂਰ ਦਈਏ। ਕੰਪੈਰੀਜ਼ਨਸ ਹੋਣ ਲੱਗ ਪੈਂਦੇ ਨੇ ਕਿ ਨਹਿਰੂ ਜੀ, ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕੀ ਕੀਤਾ, ਮੋਦੀ ਸਾਹਿਬ ਨੇ ਕੀ ਕੀਤਾ ਜਾਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਨੇ ਕੀ ਕੀਤਾ। ਇਹ ਬਹੁਤ ਵਾਰ ਹੁੰਦਾ ਹੈ। ਸੋ ਕਦੇ ਜਿਹੜਾ ਵਿਊ ਪੁਆਇੰਟ ਹੁੰਦਾ ਹੈ ਉਹ ਬਿਲਕੁਲ ਐਕਸਟ੍ਰੀਮ ਐਂਡ ਦੇ ਉੱਤੇ ਹੁੰਦਾ ਹੈ ਕਿ ਜੀ ਸਭ ਕੁਝ ਮੋਦੀ ਸਾਹਿਬ ਨੇ ਠੀਕ ਕੀਤਾ, ਬਾਕੀ ਸਾਰਾ ਕੁਝ ਗਲਤ ਸੀਗਾ। ਜਾਂ ਇੱਕ ਦੂਸਰਾ ਐਕਸਟ੍ਰੀਮ ਆ ਕਿ ਮੋਦੀ ਸਾਹਿਬ ਨੇ ਸਭ ਕੁਝ ਗਲਤ ਕੀਤਾ, ਪਹਿਲਾਂ ਸਭ ਠੀਕ ਸੀਗਾ। ਮੈਂ ਤੇ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਔਰ ਇਸ ਡਿਸਕਸ਼ਨ 'ਚ ਕਿਤੇ ਨਾ ਕਿਤੇ ਇਹ ਵੀ ਗੱਲ ਹੁੰਦੀ ਹੈ ਕਿ ਪੰਜਾਬ ਜਿਹੜਾ ਹੈ, ਪੰਜਾਬ ਦੇ ਵਿੱਚ ਸਾਨੂੰ ਲੀਡਰਸ਼ਿਪ ਕਿੱਦਾਂ ਦੀ ਮਿਲੀ, ਫਿਰ ਇਹ ਵੀ ਡਿਸਕਸ਼ਨ ਹੁੰਦੀ ਹੈ ਕਿ ਕਿਆ ਬਾਦਲ ਗਰੁੱਪ ਠੀਕ ਕੰਮ ਕਰ ਰਿਹਾ ਸੀਗਾ ਜਾਂ ਕੈਪਟਨ ਸਾਹਿਬ ਦੇ ਦੌਰ 'ਚ ਸਭ ਕੁਝ ਠੀਕ ਸੀ ਜਾਂ ਹੁਣ ਭਗਵੰਤ ਮਾਨ ਸਾਹਿਬ ਸਭ ਕੁਝ ਠੀਕ ਕਰ ਰਹੇ ਨੇ, ਇਹ ਵੀ ਡਿਸਕਸ਼ਨ ਹੁੰਦੀ ਹੈ। ਲੀਡਰ ਕੌਣ ਹੁੰਦਾ ਹੈ, ਹਰ ਇੱਕ ਦਾ ਆਪਣਾ ਆਪਣਾ ਓਪੀਨੀਅਨ ਹੈ। I doubt ਕਿ there is any exact absolute definition for a leader. Everyone has their own definition, so do I. ਮੇਰੇ ਮੁਤਾਬਿਕ ਲੀਡਰ ਉਹ ਹੁੰਦਾ ਹੈ, ਤਿੰਨ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ, ਇੰਪੋਰਟੈਂਟ ਨੇ, ਮੈਂ ਹਮੇਸ਼ਾ ਜ਼ਿਕਰ ਕਰਦਾ ਕਿ ਲੀਡਰ ਉਹ ਹੁੰਦਾ ਹੈ ਕਿ ਜਿਹੜਾ ਇਮਾਨਦਾਰ ਹੋਵੇ। ਔਰ ਜਦੋਂ ਅਸੀਂ ਇਮਾਨਦਾਰੀ ਦੀ ਗੱਲ ਕਰਦੇ ਹਾਂ, ਉਹ ਫਾਈਨੈਂਸ਼ੀਅਲ ਜਿਹੜਾ ਐਸਪੈਕਟ ਤਾਂ ਉਹਦੇ ਵਿੱਚ ਹੈਗਾ ਹੈ ਕਿ ਪੈਸੇ ਦਾ ਦੇਣ ਲੈਣ ਨਾ ਹੋਵੇ, ਕੋਈ ਬ੍ਰਾਈਬਰੀ ਨਹੀਂ, ਕੋਈ ਕਰਪਸ਼ਨ ਨਹੀਂ, ਉਹਦੇ ਤੋਂ ਤਾਂ ਕਲੀਅਰ ਹੋਣਾ ਚਾਹੀਦਾ ਹੈ। ਬਟ ਕੋਈ ਕੁਡ ਪ੍ਰੋ ਅਰੇਂਜਮੈਂਟ ਯਾਨੀ ਕਿ ਕੋਈ ਕਿਸੇ ਦੀ ਸਿਫਾਰਿਸ਼ ਦੇ ਨਾਲ ਕਿਸੇ ਦੀ ਨੌਕਰੀ ਲਗਾ ਦੇਣਾ ਜਾਂ ਇਹ ਸਾਰਾ ਕੁਝ ਕਰ ਦੇਣਾ ਜਾਂ ਕੰਪੀਟੈਂਟ ਲੋਕਾਂ ਨੂੰ ਅੱਗੇ ਨਾ ਲੈ ਕੇ ਆਉਣਾ, ਤੁਸੀਂ ਪ੍ਰੈਸ਼ ਲੋਕਾਂ ਨੂੰ ਜੇ ਨਾਲ ਲੈ ਆਓ ਤੇ ਉਹ ਵੀ ਫਿਰ ਤੁਹਾਡੀ ਇਮਾਨਦਾਰੀ ਤੇ ਸਵਾਲ ਖੜੇ ਹੋ ਜਾਂਦੇ ਆ। ਤੁਹਾਨੂੰ ਕੰਪੀਟੈਂਟ ਲੋਕਾਂ ਨੂੰ ਕੈਬਨਿਟ 'ਚ ਲੈ ਕੇ ਆਉਣਾ ਹੈ, ਕੰਪੀਟੈਂਟ ਲੋਕਾਂ ਨੂੰ ਟਿਕਟਸ ਦੇਣੀਆਂ ਨੇ ਔਰ ਇਮਾਨਦਾਰੀ ਲੋਕਾਂ ਦੇ ਪ੍ਰਤੀ ਇਨ ਜਨਰਲ ਕਿ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ, ਕਮਿਟਡ ਹੋਣਾ, ਇਹ ਬਹੁਤ ਸਾਰੇ ਐਸਪੈਕਟ ਨੇ। ਇਨ ਦ ਇੰਟਰਸਟ ਆਫ ਟਾਈਮ ਮੈਂ ਇਮਾਨਦਾਰੀ ਨੂੰ ਇੱਥੇ ਰੈਪ ਅਪ ਕਰਦਾ। ਸੋ ਪਹਿਲੀ ਕੁਆਲਿਟੀ ਜਿਹੜੀ ਇਮਾਨਦਾਰੀ ਦੀ ਹੈ। ਦੂਸਰੀ ਕੁਆਲਿਟੀ ਬੜੀ ਜ਼ਰੂਰੀ ਹੈ ਕਿ ਜਿਹੜਾ ਲੀਡਰ ਹੋਵੇ ਉਹ ਕਰੇਜੀਅਸ ਹੋਵੇ, ਦਲੇਰ ਹੋਵੇ। ਆਊਟ ਆਫ ਆਲ ਦ ਵਰਚੂਜ਼ ਇਨ ਅ ਹਿਊਮਨ ਬੀਇੰਗ, ਕਰੇਜ ਇਜ਼ ਦ ਮੋਸਟ ਇੰਪੋਰਟੈਂਟ ਵਰਚੂ। ਸਾਡੇ ਅੰਦਰ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਪਰ ਕਰੇਜ ਬੜਾ ਜ਼ਰੂਰੀ ਹੈ। ਹਿੰਮਤ ਇਸ ਗੱਲ ਦੀ ਨਹੀਂ ਚਾਹੀਦੀ, ਅਸੀਂ ਕਈ ਵਾਰ ਕਰੇਜ ਨੂੰ ਲੈ ਲੈਂਦੇ ਹਾਂ, ਦਲੇਰੀ ਨੂੰ ਲੈ ਲੈਂਦੇ ਹਾਂ ਕਿ ਜੇ ਕਿਸੇ ਨੇ ਕਿਰਪਾਨ ਚਲਾਤੀ, ਕੋਈ ਇੱਦਾਂ ਲੜਾਈ ਲੜ ਲਈ, ਉਹ ਆਪਣੀ ਜਗ੍ਹਾ। ਦਲੇਰੀ ਲੀਡਰ ਦੇ ਵਿੱਚ ਇਹ ਹੁੰਦੀ ਹੈ ਕਿ ਉਹ ਕਰੇਜੀਅਸ ਡਿਸੀਜਨ ਲੈ ਸਕੇ, ਚਾਹੇ ਲੋਕ ਉਸ ਵੇਲੇ ਸਮਝਣ ਨਾ ਸਮਝਣ। ਜੇ ਲੀਡਰ ਨੂੰ ਲੱਗਦਾ ਹੈ ਕਿ ਇਹ ਡਿਸੀਜਨ ਠੀਕ ਹੈ, ਉਹਨਾਂ ਦੇ ਵਿਜ਼ਨ ਦੇ ਮੁਤਾਬਿਕ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਨੂੰ, ਸਾਡੀ ਕੌਮ ਨੂੰ, ਸਾਡੀ ਪ੍ਰੋਵਿੰਸ ਨੂੰ, ਸਾਡੀ ਕਮਿਊਨਿਟੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਏਗਾ, ਤੇ ਉਹ ਡਿਸੀਜਨ ਲੈਣਾ ਵੀ ਔਰ ਉਹ ਡਿਸੀਜਨ ਕਮਿਊਨੀਕੇਟ ਕਰਨਾ, ਉਹ ਦਲੇਰੀ ਹੈ। ਸੱਚ ਬੋਲਣਾ ਉਹ ਦਲੇਰੀ ਹੈ। ਸੋ ਲੀਡਰ ਦਲੇਰ ਵੀ ਚਾਹੀਦਾ। ਤੀਸਰੀ ਔਰ ਆਖਰੀ ਕੁਆਲਿਟੀ ਹੈ, ਦੈਟ ਇਜ਼ ਵਿਜ਼ਨ। ਵਿਜ਼ਨ ਬਹੁਤ ਜ਼ਰੂਰੀ ਹੈ। ਇਮਾਨਦਾਰੀ ਔਰ ਦਲੇਰੀ ਜਿਹੜੀ ਹੈ, ਠੀਕ ਹੈ ਨੀ, ਇਹ ਤੇ ਬੇਸਿਕ ਚੀਜ਼ਾਂ ਹੋ ਗਈਆਂ ਨਾ। ਤੁਹਾਡੀ ਇਮਾਨਦਾਰੀ ਹੈ, ਤੁਹਾਡੀ ਦਲੇਰੀ ਹੈ, ਤਾਂ ਬੇਸਿਕ ਦੋ ਚੀਜ਼ਾਂ ਚਾਹੀਦੀਆਂ। ਬਟ ਮੇਨ ਹੁਣ ਸਭ ਤੋਂ ਗੱਲ ਤੇ ਆਉਂਦੇ ਆ ਵਿਜ਼ਨ। ਲੀਡਰ ਉਹ ਹੁੰਦਾ ਹੈ ਜਿਹਦੇ ਕੋਲ ਇੱਕ ਵਿਜ਼ਨ ਹੈ ਕਿ ਆਉਣ ਵਾਲੇ 5, 10, 15, 20, 50 ਸਾਲ ਅਸੀਂ ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੀ ਪ੍ਰੋਵਿੰਸ ਨੂੰ, ਆਪਣੀ ਸਿਟੀ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ। ਜਿਸ ਤਰ੍ਹਾਂ ਦੇ ਕੋਈ ਲੀਡਰ ਹੋਵੇ, ਕੋਈ ਮਿਊਨਿਸਪਲ ਲੈਵਲ ਤੇ ਹੋਵੇ, ਕੋਈ ਪ੍ਰੋਵਿੰਸ਼ੀਅਲ ਲੈਵਲ ਤੇ ਹੋਵੇ ਜਾਂ ਕੋਈ ਫੈਡਰਲ ਲੈਵਲ ਦੇ ਉੱਤੇ ਹੋਵੇ, ਕਿ ਕਿਸ ਦਿਸ਼ਾ ਵੱਲ ਅਸੀਂ ਲੈ ਕੇ ਜਾਣਾ ਹੈ, ਉਹ ਵਿਜ਼ਨ ਬੜਾ ਜ਼ਰੂਰੀ ਹੈ। ਔਰ ਉਹ ਵਿਜ਼ਨ ਹੀ ਤੁਹਾਨੂੰ ਸਹੀ ਦਿਸ਼ਾ ਵੱਲ ਲਿਜਾ ਸਕਦਾ ਹੈ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਨ ਦ ਇੰਟਰਸਟ ਆਫ ਟਾਈਮ ਅਸੀਂ ਬਹੁਤ ਸਾਰੇ ਲੀਡਰਸ ਦੀ ਗੱਲ ਕਰ ਸਕਦੇ ਹਾਂ ਐਟ ਅ ਗਲੋਬਲ ਲੈਵਲ। ਵੀ ਕੁਡ ਕਾਲ ਐਲਬਰਟ ਆਈਨਸਟਾਈਨ, ਚਾਹੇ ਉਹ ਸਾਇੰਟੀਫਿਕ ਫੀਲਡ ਦੇ ਵਿੱਚ ਇੱਕ ਬਹੁਤ ਵਧੀਆ ਲੀਡਰ ਸੀਗੇ। ਵੀ ਕੈਨ ਟਾਕ ਅਬਾਊਟ ਅਬਰਾਹਮ ਲਿੰਕਨ ਸਾਹਿਬ, ਬਹੁਤ ਸਾਰੇ ਲੋਕਾਂ ਦੀ ਅਸੀਂ ਗੱਲ ਕਰ ਸਕਦੇ। ਬਟ ਇਨ ਦ ਇੰਟਰਸਟ ਆਫ ਟਾਈਮ ਆਈਲ ਸਟਿਕ ਵਿਦ ਇੰਡੀਆ। ਇੰਡੀਆ ਦੇ ਵਿੱਚ ਜੇ ਮੈਂ ਨੈਸ਼ਨਲ ਲੈਵਲ ਦੇ ਉੱਤੇ ਗੱਲ ਕਰਾਂ ਤੇ ਬਹੁਤ ਸਾਰੇ ਲੀਡਰਸ ਇਨ ਬਿਲਕੁਲ ਰੈਂਡਮ ਆਰਡਰ 'ਚ ਮੈਂ ਗੱਲ ਕਰ ਰਿਹਾ।
नो इन ऑर्डर ऑफ प्रायोरिटी कि मैं पहला किसी का नाम लवांगा तो जो सब तो वधिया ने, ऐसा नहीं मैं गल कर रहा। डॉक्टर बी आर अंबेडकर, डॉक्टर बी आर अंबेडकर साहब ने, ही इज़ कॉल्ड एज द फादर ऑफ द इंडियन कॉन्स्टिट्यूशन। नो डाउट कॉन्स्टिट्यूशन ਦੇ ਵਿੱਚ ਅਮੈਂਡਮੈਂਟਸ ਹੋ ਰਹੀਆਂ ਨੇ ਔਰ ਹੋਣੀਆਂ ਵੀ ਚਾਹੀਦੀਆਂ ਨੇ, ਲੇਕਿਨ ਇੱਕ ਸਟਰੋਂਗ ਬੁਨਿਆਦ ਜੋ ਉਹਨਾਂ ਨੇ ਕੌਨਸਟੀਟਿਊਸ਼ਨ ਦੀ ਰੱਖੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ, ਉਹ ਕੌਨਸਟੀਟਿਊਸ਼ਨ ਇੰਨਾ ਸਟਰੋਂਗ ਆ ਕਿ ਜੇ ਅਸੀਂ ਉਹਨੂੰ ਕੌਨਸਟੀਟਿਊਸ਼ਨ ਨੂੰ ਅੱਜ ਵੀ ਪ੍ਰੋਪਰਲੀ ਫੋਲੋ ਕਰੀਏ ਤੇ ਇੰਡੀਆ ਇੱਕ ਸਟਰੋਂਗ ਡੈਮੋਕ੍ਰੈਟਿਕ ਪਾਵਰ ਜਿਹੜਾ ਹੈ ਉਹਦੇ ਵੱਲ ਵੱਧ ਰਿਹਾ। ਇਲੈਕਸ਼ਨਸ ਦੇਖੋ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਉਸ ਦੌਰ ਦੇ ਵਿੱਚ ਕਹਿਣਾ, ਅੱਜ ਫਿਰ ਵੀ ਅਸੀਂ ਹਜੇ ਵੀ ਅਸੀਂ ਕਈ ਵਾਰ ਹਿਚਕਿਚਾ ਜਾਂਦੇ ਹਾਂ, ਲੇਕਿਨ ਉਸ ਦੌਰ ਦੇ ਵਿੱਚ ਇਹ ਕਹਿਣਾ ਕਿ ਜੀ ਜਿਹੜੀ ਹੈ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਉਸ ਦੌਰ ਦੇ ਵਿੱਚ ਇਹ ਸਾਰੀਆਂ ਗੱਲਾਂ ਕਹਿਣੀਆਂ। ਸੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਜ਼ ਵਨ ਆਫ ਦੋਜ਼ ਲੀਡਰਸ ਜੋ ਓਨੈਸਟ ਵੀ ਸੀਗੇ, ਇਮਾਨਦਾਰ ਵੀ ਸੀਗੇ, ਦਲੇਰ ਵੀ ਸੀਗੇ, ਹੀ ਵਾਸ ਕਰੇਜੀਅਸ ਇਨਫ, ਔਰ ਉਹ ਵਿਜ਼ਨ ਵੀ ਸੀਗਾ ਉਹਨਾਂ ਦੇ ਅੰਦਰ ਜਿਹਦੀ ਬੁਨਿਆਦ ਦੇ ਉੱਤੇ ਉਹਨਾਂ ਨੇ ਇਹ ਕੌਨਸਟੀਟਿਊਸ਼ਨ ਲਿਖ ਦਿੱਤਾ। JRD ਟਾਟਾ, ਰਤਨ ਟਾਟਾ ਸਾਹਿਬ ਦੀ ਤੁਸੀਂ ਅੱਜ ਦੀ ਹਿਸਟਰੀ ਪੜ੍ਹੋ, ਬਹੁਤ ਕੁਝ ਅਸੀਂ ਰਤਨ ਟਾਟਾ ਸਾਹਿਬ ਤੋਂ ਵੀ ਸਿੱਖ ਸਕਦੇ ਹਾਂ, ਪਰ ਮੈਂ JRD ਟਾਟਾ ਸਾਹਿਬ ਦੀ ਅੱਜ ਗੱਲ ਕਰਾਂਗਾ। ਪਹਿਲਾਂ JRD ਟਾਟਾ ਏਵੀਏਸ਼ਨ ਫੀਲਡ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਹੈ, ਵਿਜ਼ਨ ਦੇਖੋ ਉਹਨਾਂ ਦਾ ਕਿੰਨਾ ਜ਼ਬਰਦਸਤ ਸੀਗਾ। ਇੰਡਸਟਰੀਅਲਿਸਟ ਤਾਂ ਸੀਗੇ ਹੀ ਸੀਗੇ ਜਿਨ੍ਹਾਂ ਨੇ ਇੰਨਾ ਬੜਾ ਅੰਪਾਇਰ ਟਾਟਾ ਗਰੁੱਪ ਆਫ ਕੰਪਨੀਜ਼ ਖੜਾ ਕਰ ਦਿੱਤਾ, ਪਰ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਵੀ ਉਹਨਾਂ ਨੇ ਖੜੀਆਂ ਕੀਤੀਆਂ। ਫਿਲੈਂਥਰੋਪਿਸਟ, ਬਹੁਤ ਸਾਰੀਆਂ ਸਮਾਜ ਸੇਵਾ ਵਾਸਤੇ ਜੋ JRD ਟਾਟਾ ਸਾਹਿਬ ਨੇ ਕੰਮ ਕੀਤੇ। ਡਾਕਟਰ APJ ਅਬਦੁਲ ਕਲਾਮ ਸਾਹਿਬ, ਅਸੀਂ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਸਾਈਲ ਮੈਨ ਦੇ ਨਾਮ ਦੇ ਨਾਲ ਜਾਣਦੇ ਹਾਂ, ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਨੇ, ਲੇਕਿਨ ਮੈਂ ਸਮਝਦਾ ਹਾਂ ਕਿ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਂ JRD ਟਾਟਾ ਸਾਹਿਬ ਜਾਂ ਡਾਕਟਰ BR ਅੰਬੇਦਕਰ ਸਾਹਿਬ ਨੂੰ ਤਾਂ ਕਦੇ ਨਹੀਂ ਮਿਲਿਆ, ਲੇਕਿਨ ਡਾਕਟਰ APJ ਅਬਦੁਲ ਕਲਾਮ ਸਾਹਿਬ ਨੂੰ ਇੱਥੇ ਹੀ ਕੈਨੇਡਾ ਟੋਰਾਂਟੋ ਦੇ ਵਿੱਚ ਮਿਲਣ ਦਾ, ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਕਿਆ ਕਮਾਲ ਦੀ ਸ਼ਖਸੀਅਤ ਉਹਨਾਂ ਦੀ, ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹੋ, ਲਾਈਫ ਹਿਸਟਰੀ ਪੜ੍ਹੋ, ਕਿਆ ਕਮਾਲ ਦੀਆਂ ਚੀਜ਼ਾਂ ਨੇ ਉਹਨਾਂ ਦੀ ਸ਼ਖਸੀਅਤ। ਅਗੇਨ ਅ ਪ੍ਰਾਈਮ ਐਗਜ਼ਾਮਪਲ ਆਫ ਨੌਲੇਜ, ਚਾਹੇ ਉਹ ਰਿਸਰਚ ਦੀ ਗੱਲ ਕਰ ਲਈਏ, ਸਪੇਸ ਦੀ ਗੱਲ ਕਰ ਲਈਏ, ਇਨ ਦ ਏਰੀਆ ਆਫ ਡਿਫੈਂਸ ਦੀ ਗੱਲ ਕਰ ਲਈਏ, ਔਰ ਜੋ ਉਹਨਾਂ ਦੇ ਆਪਣਾ ਕਿਰਦਾਰ ਹੈ, ਜੋ ਉਹਨਾਂ ਦਾ ਆਪਣਾ ਕਰੈਕਟਰ ਹੈ, ਅ ਪ੍ਰਾਈਮ ਐਗਜ਼ਾਮਪਲ ਆਫ ਸਮਵਨ ਹੂ ਇਜ਼ ਓਨੈਸਟ, ਹੂ ਇਜ਼ ਕਰੇਜੀਅਸ ਐਂਡ ਵਿਜ਼ਨਰੀ। ਐਸੇ ਬਹੁਤ ਸਾਰੇ ਨਾਮ ਨੇ ਨੈਸ਼ਨਲ ਲੈਵਲ ਦੇ ਉੱਤੇ, ਜੇ ਅਸੀਂ ਨਾਮ ਲੈਂਦੇ ਚਲੇ ਜਾਵਾਂਗੇ। ਸਰਦਾਰ ਵੱਲਭ ਭਾਈ ਪਟੇਲ, 555 ਪ੍ਰਿੰਸਲੀ ਸਟੇਟਸ, ਉਹਨਾਂ ਨੂੰ ਸਭ ਨੂੰ ਇਕੱਠੇ ਕਰਨਾ ਆਫਟਰ ਇੰਡੀਪੈਂਡੈਂਸ, ਇਹ ਕੋਈ ਮਜ਼ਾਕ ਨਹੀਂ ਸੀਗਾ, ਲੇਕਿਨ ਉਹਨਾਂ ਨੇ ਕਾਰਗੁਜ਼ਾਰੀ ਕਰਕੇ ਦਿਖਾਈ। ਔਰ ਐਸੇ ਬਹੁਤ ਸਾਰੇ ਹੋਰ ਨਾਮ ਨੇ। ਔਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਨਹਿਰੂ ਜੀ ਬਹੁਤ ਚੰਗੇ ਸੀ, ਬਹੁਤ ਖਰਾਬ ਸੀ, ਡੈਫੀਨੇਟਲੀ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਮਹਾਤਮਾ ਗਾਂਧੀ ਜੀ ਹੀ ਪਾਸਡ ਅਵੇ 1948, ਪਟੇਲ ਸਾਹਿਬ 1950 'ਚ ਉਹ ਪੂਰੇ ਹੋ ਗਏ, ਜਿੰਨਾ ਸਾਹਿਬ ਉਧਰ ਪਾਕਿਸਤਾਨ ਚਲੇ ਗਏ। ਮੇਨ ਤੇ ਇਹੀ 4 ਲੀਡਰ ਸੀ ਜਿਹੜੇ 1947 ਤੋਂ ਪਹਿਲਾਂ, ਚਾਰੋਂ ਜਣੇ ਲਾਇਰ ਇਹੀ ਨੈਗੋਸ਼ੀਏਟ ਕਰ ਰਹੇ ਸੀਗੇ ਨਾ ਸਾਰੇ, ਠੀਕ ਹੈ। ਲੇਕਿਨ ਇਹਨਾਂ ਦੇ ਵਿੱਚੋਂ ਹੁਣ 1950 ਦੇ ਵਿੱਚ ਇੱਕ ਇੰਨੇ ਬੜੇ ਦੇਸ਼ ਦਾ ਭਾਰ ਨਹਿਰੂ ਜੀ ਦੇ ਕੰਧਿਆਂ ਦੇ ਉੱਤੇ ਆ ਗਿਆ। ਬਹੁਤ ਸਾਰੀਆਂ ਉਹਨਾਂ ਕੋਲੋਂ ਗਲਤੀਆਂ ਵੀ ਹੋਈਆਂ ਹੋਣਗੀਆਂ, ਲਿਮਿਟੇਸ਼ਨਸ ਹਰੇਕ ਇਨਸਾਨ ਦੀਆਂ ਆਪਣੀਆਂ ਹੁੰਦੀਆਂ, ਬਟ ਇੰਡੀਆ ਨੂੰ ਇੱਕ ਮਾਡਰਨ ਇੰਡੀਆ ਦੀ ਤਰਫ ਲੈ ਕੇ ਜਾਣਾ, ਕੋਸ਼ਿਸ਼ ਕਰਨੀ ਕਿ ਇੱਕ ਸੈਕੂਲਰ ਇੰਡੀਆ ਦੀ ਤਰਫ ਜਾਵੇ, ਕੋਸ਼ਿਸ਼ ਕਰਨੀ ਕਿ ਵਧੀਆ ਇੰਸਟੀਟਿਊਟਸ, IIMs, IITs, ਏਮਸ ਉਹ ਬੇਸ ਬਣਨ, ਐਜੂਕੇਸ਼ਨ ਬੇਸ ਬਣੇ, ਰਿਸਰਚ ਬੇਸ ਬਣੇ। ਸੋ ਉਹਨਾਂ ਦੁਆਰਾ ਜੇ ਇਹ ਸ਼ੁਰੂਆਤ ਕੀਤੀ ਗਈ ਨੌਨ ਲਾਈਨ ਮੂਵਮੈਂਟ, ਸੋ ਬਹੁਤ ਸਾਰੇ ਚੰਗੇ ਕੰਮ ਅਸੀਂ ਉਹਨਾਂ ਨੂੰ ਵੀ ਜਿਹੜੇ ਕ੍ਰੈਡਿਟ ਉਹ ਦੇ ਸਕਦੇ ਹਾਂ। ਕੰਪੈਰੀਜ਼ਨ ਕਰਨਾ ਠੀਕ ਨਹੀਂ ਹੋਏਗਾ ਕਿ ਮੋਦੀ ਸਾਹਿਬ ਚੰਗੇ ਸੀਗੇ ਕਿ ਡਾਕਟਰ ਮਨਮੋਹਨ ਸਿੰਘ ਚੰਗੇ ਸੀਗੇ, ਕਿ ਉਹੀ ਗੱਲ ਹੈ ਕਿ ਵਿਵੀਅਨ ਰਿਚਰਡਸ ਆਪਣੇ ਐਰਾ ਦੇ ਕਮਾਲ ਦੇ ਕ੍ਰਿਕਟਰ, 17 ਸਾਲ ਦੇ ਵਿੱਚ ਕਦੇ ਹੈਲਮਟ ਨਹੀਂ ਪਾਇਆ। ਅੱਜ ਅਸੀਂ ਤੇਂਦੁਲਕਰ ਸਾਹਿਬ ਨੂੰ ਦੇਖਦੇ ਹਾਂ, ਉਹ ਆਪਣੇ ਤੌਰ ਦੇ ਕ੍ਰਿਕਟਰ ਨੇ, ਗਵਾਸਕਰ ਸਾਹਿਬ ਦੀ ਆਪਣੀ ਕਾਬਲੀਅਤ ਹੈ, ਕਪਿਲ ਦੇਵ ਸਾਹਿਬ ਦੀ ਆਪਣੀ ਕਾਬਲੀਅਤ ਹੈ, ਵਿਰਾਟ ਕੋਹਲੀ ਸਾਹਿਬ ਆਪਣੇ ਅੰਦਾਜ਼ ਦੇ ਵਿੱਚ ਗ੍ਰੇਟ ਹੈ। ਦੇ ਆਰ ਆਲ great batsmen of their own era in their own style. Very similarly, Dr. Manmohan Singh, honest, courageous and visionary. Education qualifications ਦੇਖ ਲਓ, ਉਹਨਾਂ ਦਾ ਆਪਣਾ ਕਿਰਦਾਰ ਦੇਖ ਲਓ, ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਨੌਲੇਜ ਦੇਖ ਲਓ, ਕਿਆ ਬਾਤ ਹੈ। ਅਸੀਂ ਬਹੁਤ ਕੁਝ ਉਹਨਾਂ ਦੇ ਬਾਰੇ ਕਹਿ ਸਕਦੇ ਹਾਂ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ, ਬਟ ਜਿਸ ਤਰ੍ਹਾਂ ਦੇ ਉਹ ਫਾਈਨੈਂਸ ਮਿਨਿਸਟਰ ਰਹੇ ਨੇ ਔਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਬਹੁਤ ਸਾਰੇ ਕੰਮ ਉਹਨਾਂ ਦੇ ਕਮਾਲ ਦੇ ਰਹੇ ਨੇ। ਸੇਮ ਵਿਦ ਨਰਿੰਦਰ ਮੋਦੀ ਐਜ਼ ਵੈਲ। ਫੋਰਨ ਪਾਲਿਸੀ ਦੇ ਵਿੱਚ ਮੰਨਣਾ ਪਏਗਾ ਕਿ ਇੰਡੀਆ ਦੀ ਫੋਰਨ ਪਾਲਿਸੀ ਦੇ ਵਿੱਚ ਲਿਮਿਟੇਸ਼ਨਸ ਵੀ ਰਹੀਆਂ ਨੇ, ਬਟ ਬਹੁਤ ਜ਼ਿਆਦਾ ਸਟਰੈਂਥ ਵੀ ਅੱਜ ਇੰਡੀਆ ਦੀ ਫੋਰਨ ਪਾਲਿਸੀ ਨਜ਼ਰ ਆਉਂਦੀ ਹੈ। ਇਜ਼ਰਾਈਲ ਤੋਂ ਲੈ ਕੇ ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ, ਰਸ਼ੀਆ ਦੇ ਨਾਲ ਦੋਸਤਾਨਾ ਤਾਲੁਕਾਤ ਬਰਕਰਾਰ ਰੱਖਣ ਤੋਂ ਲੈ ਕੇ US ਦੇ ਨਾਲ ਔਰ ਪਾਕਿਸਤਾਨ ਦੇ ਨਾਲ, ਚਾਈਨਾ ਦੇ ਨਾਲ ਕਿਸ ਤਰ੍ਹਾਂ ਡੀਲਿੰਗ ਕਰਨੀ ਹੈ। ਲਿਮਿਟੇਸ਼ਨਸ ਬਿਲਕੁਲ ਰਹੀਆਂ ਨੇ, ਪਰ ਬਹੁਤ ਸਾਰੇ ਇਸ ਮਾਮਲੇ ਸਟਰੈਂਥ ਵੀ ਨਜ਼ਰ ਆਉਂਦੀ ਹੈ। ਸ਼੍ਰੀਮਤੀ ਇੰਦਰਾ ਗਾਂਧੀ ਜੀ, ਰਾਜੀਵ ਗਾਂਧੀ ਜੀ, ਸੋ ਬਹੁਤ ਸਾਰੇ ਲੀਡਰਸ ਨੇ, ਹਰੇਕ ਦੀ ਆਪਣੀ ਆਪਣੀ ਸਟਰੈਂਥਸ ਨੇ, ਹਰੇਕ ਦੇ ਆਪਣੇ ਚੈਲੰਜਸ ਨੇ। ਜੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ 1971 ਦੀ ਜੰਗ ਦੇ ਵਿੱਚ ਕਿਆ
ਕਮਾਲ ਦਾ ਰੋਲ ਅਦਾ ਕੀਤਾ ਤੇ ਸ਼ਾਇਦ ਕਿਤੇ ਨਾ ਕਿਤੇ 1984 ਦੇ ਵਿੱਚ ਸ਼ਾਇਦ ਉਹ ਖਤਾ ਵੀ ਖਾ ਗਏ। ਲੇਕਿਨ ਓਵਰਆਲ ਹਰੇਕ ਦੇ ਸਾਡੇ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ, ਬਟ ਮੈਂ ਕਹਾਂਗਾ ਕਿ ਕਿਤੇ ਨਾ ਕਿਤੇ ਇਹ ਸਾਰੀ ਜਿੱਥੇ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਸਵਾਲ ਪੰਜਾਬ ਲਈ ਵੀ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ ਸਾਨੂੰ ਪੰਜਾਬ ਨੂੰ ਕਿਹੜਾ ਐਸਾ ਲੀਡਰ ਮਿਲਿਆ ਜਿਹੜਾ ਕਿ ਇਮਾਨਦਾਰ ਹੋਵੇ, ਦਲੇਰ ਹੋਵੇ ਔਰ ਵਿਜ਼ਨਰੀ ਵੀ ਹੋਵੇ। ਇਮਾਨਦਾਰੀ ਦਲੇਰੀ ਤਾਂ ਬੇਸਿਕ ਚੀਜ਼ਾਂ ਹੈ ਹੀ ਹੈ, ਬਟ ਵਿਜ਼ਨਰੀ ਹੋਵੇ ਕਿ ਪੰਜਾਬ ਜਿਸ ਸਮੱਸਿਆਵਾਂ ਦੇ ਨਾਲ ਜੂਝਦਾ ਰਿਹਾ ਹੈ ਉਹਨੂੰ ਬਾਹਰ ਕਿੱਦਾਂ ਕੱਢ ਕੇ ਲੈ ਕੇ ਜਾਣਾ। ਫਿਰ ਚਾਹੇ ਉਹ ਕਾਲੇ ਦੌਰ ਦੀਆਂ ਸਮੱਸਿਆਵਾਂ ਹੋਣ, ਫਿਰ ਚਾਹੇ ਅੱਜ ਕਿਸਾਨੀ ਅੰਦੋਲਨ ਦੇ ਦਰਮਿਆਨ ਜੋ ਸਾਨੂੰ ਸਮੱਸਿਆਵਾਂ ਆ ਰਹੀਆਂ, ਬਹੁਤ ਸਾਰੇ ਲੋਕ ਫਾਰਮਿੰਗ ਦੇ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਨੇ, ਫਿਰ ਚਾਹੇ ਪੰਜਾਬ ਨੂੰ ਇੱਕ ਮਾਡਰਨ ਪੰਜਾਬ, ਇੱਕ ਡਿਵੈਲਪਡ ਪੰਜਾਬ, ਇੱਕ ਇੰਡਸਟਰੀਅਲਾਈਜ਼ਡ ਪੰਜਾਬ, ਫਿਰ ਚਾਹੇ ਪੰਜਾਬ ਦਾ ਯੂਥ ਉਹਨੂੰ ਇਨਸਪਾਇਰ ਕਰਨਾ ਕਿ ਡਰੱਗਸ ਔਰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਇੱਕ ਲੀਡਰਸ਼ਿਪ ਰੋਲ ਦੇ ਵਿੱਚ ਆਵੇ। ਸਾਰਾ ਇੰਡੀਆ ਕਹੇ ਕਿ ਪੰਜਾਬ ਦਾ ਯੂਥ ਕਿਆ ਕਮਾਲ ਦਾ ਯੂਥ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਇੱਕ ਵਿਜ਼ਨ ਚਾਹੀਦਾ ਹੈ। ਅੱਜ ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਕਿਸ ਦਿਨ ਫਿਰ ਜ਼ਰੂਰ ਗੱਲ ਕਰਾਂਗੇ ਲੀਡਰਸ਼ਿਪ ਦੇ ਉੱਤੇ। ਐਂਡ ਆਈ ਹੋਪ ਕਿ ਇੰਡੀਆ ਨੂੰ, ਪੰਜਾਬ ਨੂੰ, and at a global level as well, because the world is very much connected, whether it's US, Canada, Europe, India, Pakistan, Punjab for that matter, ਸਾਨੂੰ ਇੱਕ ਵਧੀਆ ਲੀਡਰਸ਼ਿਪ ਜਿਹੜੀ ਆ ਉਹ ਜ਼ਰੂਰ ਮਿਲੇ। ਔਰ ਇਹ ਤਿੰਨੋਂ ਪੁਆਇੰਟਸ ਅਗੇਨ ਮਾਈ ਪਰਸਨਲ ਐਂਡ ਹੰਬਲ ਓਪੀਨੀਅਨ, ਹਰੇਕ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ, ਪਰ ਮੈਂ ਸਮਝਦਾ ਹਾਂ ਕਿ ਲੀਡਰ ਦੇ ਵਾਸਤੇ ਇਹ ਤਿੰਨੋਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਇੱਕ ਲੀਡਰ ਜਿਹੜਾ ਹੈ ਔਰ ਬੇਸਿਕ ਚੀਜ਼ਾਂ ਨੇ ਬਿਲਕੁਲ ਓਨੈਸਟ ਹੋਣਾ ਚਾਹੀਦਾ ਹੈ ਔਰ ਕਰੇਜੀਅਸ ਹੋਣਾ ਚਾਹੀਦਾ ਹੈ, ਐਂਡ ਵੈਰੀ ਇੰਪੋਰਟੈਂਟਲੀ ਵਿਜ਼ਨ ਬਹੁਤ ਇੰਪੋਰਟੈਂਟ ਹੈ। ਵਾਟ ਇਜ਼ ਯੋਰ ਵਿਜ਼ਨ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਥੈਂਕ ਯੂ। The biggest South Asian media group, Y Media.